ਹਾਲੇਲੂਇਆ, ਪ੍ਰੇਜ਼ ਦ ਲਾਰਡ। ਜੈ ਮਸੀਹ ਕੀ ਸਭ ਨੂੰ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਅੱਜ ਦਾ ਦਿਨ ਦਿਖਾਇਆ, ਅੱਜ ਦਾ ਦਿਨ ਬਖਸ਼ਿਆ, ਔਰ ਅੱਜ ਦੇ ਦਿਨ ਵਿੱਚ ਜੋ ਕੁਝ ਵੀ ਕੀਤਾ ਜਾਵੇ ਉਸ ਦੀ ਮਰਜ਼ੀ ਅਨੁਸਾਰ ਹੋਵੇ, ਔਰ ਸਾਨੂੰ ਇਸ ਬਿਮਾਰੀ ਤੋਂ ਆਜ਼ਾਦ ਕੀਤਾ। ਅੱਜ ਅਸੀਂ ਪੜ੍ਹਾਂਗੇ ਕਿ ਸਾਮਰੀ ਤੀਵੀ ਦੀ ਜੋ ਇੱਕ ਦ੍ਰਿਸ਼ਟਾਂਤ ਦਿੱਤਾ ਗਿਆ ਬਾਈਬਲ 'ਚ, ਉਸ ਬਾਰੇ ਪੜ੍ਹਾਂਗੇ। ਤੇ ਪੜ੍ਹਦੇ ਹਾਂ ਯੋਹੰਨਾ 4 ਤੋਂ। ਉਪਰੰਤ ਜਾ ਯਿਸੂ ਨੇ ਜਾਣਿਆ ਜੋ ਫਰੀਸੀਆਂ ਨੇ ਇਹ ਸੁਣਿਆ ਹੈ ਕਿ ਯਿਸੂ ਮਸੀਹ ਨਾਲੋਂ ਬਹੁਤੇ ਚੇਲੇ ਬਣਾਉਂਦਾ ਹੈ, ਉਹਨਾਂ ਨੂੰ ਬਪਤਿਸਮਾ ਦਿੰਦਾ ਹੈ। ਭਾਵੇਂ ਯਿਸੂ ਆਪੇ ਤਾਂ ਨਹੀਂ, ਪਰ ਉਸ ਦੇ ਚੇਲੇ ਬਪਤਿਸਮਾ ਦਿੰਦੇ ਹਨ। ਤਦ ਉਹ ਯਹੂਦੀਆਂ ਨੂੰ ਛੱਡ ਕੇ ਫਿਰ ਗਲੀਲ ਵਿੱਚ ਗਿਆ ਅਤੇ ਉਸ ਨੂੰ ਸਾਮਰੀਆ ਦੇ ਵਿੱਚੋਂ ਦੀ ਲੰਘਣਾ ਪਿਆ। ਉਹ ਸੁਖਾਰ ਨਾਮੇ ਸਾਮਰੀਆ ਦੇ ਇੱਕ ਨਗਰ ਦੇ ਕੋਲ ਆਇਆ ਜੋ ਉਸ ਜ਼ਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸੁਫ ਨੂੰ ਦਿੱਤੀ, ਪਰ ਉੱਥੋਂ ਯਾਕੂਬ ਦਾ ਖੂਹ ਹੈ ਸੀ। ਸੋ ਯਿਸੂ ਪੈਂਡੇ ਤੋਂ ਥੱਕ ਕੇ ਉਸ ਖੂਹ ਤੇ ਐਵੇਂ ਬੈਠ ਗਿਆ। ਉਹ ਦੁਪਹਿਰ ਦਾ ਵੇਲਾ ਸੀ। ਤਦ ਸਾਮਰੀਆ ਦੀ ਇੱਕ ਤੀਵੀਂ ਪਾਣੀ ਭਰਨੇ ਆਈ। ਯਿਸੂ ਨੇ ਉਹਨੂੰ ਆਖਿਆ, ਮੈਨੂੰ ਜਲ ਪਿਆ, ਕਿਉਂ ਜੋ ਉਸ ਦੇ ਚੇਲੇ ਖਾਣ ਲਈ ਕੁਝ ਮੁੱਲ ਲਿਆਉਣ ਨੂੰ ਨਗਰ ਵਿੱਚ ਗਏ ਸਨ। ਤਾਂ ਸਾਮਰੀ ਤੀਵੀ ਨੇ ਉਹਨੂੰ ਆਖਿਆ, ਭਲਾ ਤੂੰ ਯਹੂਦੀ ਹੋ ਕੇ ਮੇਰੇ ਕੋਲੋਂ ਜੋ ਸਾਮਰੀ ਪੀਣ ਨੂੰ ਕਿਵੇਂ ਮੰਗਦਾ ਹੈ, ਕਿਉਂ ਜੋ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਜੇ ਤੂੰ ਪਰਮੇਸ਼ਰ ਦੀ ਬਖਸ਼ੀਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਭਈ ਮੈਨੂੰ ਜਲ ਪਿਆ, ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ। ਤੀਵੀ ਨੇ ਉਹਨੂੰ ਆਖਿਆ, ਮਹਾਰਾਜ, ਤੇਰੇ ਕੋਲ ਕੋਈ ਡੋਲ ਵੀ ਨਹੀਂ ਹੈ ਅਤੇ ਨਾਲੇ ਖੂਹ ਵੀ ਡੂੰਘਾ ਹੈ, ਫਿਰ ਅੰਮ੍ਰਿਤ ਜਲ ਤੈਥੋਂ ਕਿੱਥੋਂ ਮਿਲਿਆ ਹੈ? ਭਲਾ ਤੂੰ ਸਾਡੇ ਪਿਤਾ ਯਾਕੂਬ ਨਾਲ ਵੱਡਾ ਹੈ, ਜਿਹਨੇ ਸਾਨੂੰ ਇਹ ਖੂਹ ਦਿੱਤਾ ਅਤੇ ਉਹਨੇ ਆਪ ਨਾਲੇ ਉਹਦੇ ਪੁੱਤਰਾਂ ਨੇ ਉਸ ਦੇ ਪਸ਼ੂਆਂ ਨੇ ਉਸ ਵਿੱਚੋਂ ਪੀਤਾ। ਯਿਸੂ ਨੇ ਉਹਨੂੰ ਦਿੱਤਾ ਕਿ ਹਰੇਕ ਜੋ ਇਹ ਜਲ ਪੀਂਦਾ ਹੈ ਸੋ ਫਿਰ ਤੇ ਆਇਆ ਹੋਵੇਗਾ, ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਵਕ ਤੀਕ ਕਦੇ ਤੇ ਆਇਆ ਨਾ ਹੋਵੇਗਾ, ਬਲਕਿ ਉਹ ਜਲ ਜੋ ਮੈਂ ਉਹਨੂੰ ਦਿਆਂਗਾ ਉਹਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਤੀਕਰ ਜਿਉਣ ਤੀਕਰ ਉਛਲਦਾ ਰਹੇਗਾ। ਤੀਵੀ ਨੇ ਉਸ ਨੂੰ ਆਖਿਆ, ਮਹਾਰਾਜ, ਇਹ ਜਲ ਮੈਨੂੰ ਦੇ ਜੋ ਮੈਂ ਤਿਹਾਈ ਨਾ ਹੋਵਾਂ, ਨਾ ਇੱਥੇ ਤਾਈ ਭਰਨ ਨੂੰ ਆਵਾਂ। ਯਿਸੂ ਨੇ ਉਹਨੂੰ ਆਖਿਆ, ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ। ਤੀਵੀ ਨੇ ਉਸ ਨੂੰ ਉੱਤਰ ਦਿੱਤਾ ਕਿ ਮੇਰਾ ਪਤੀ ਨਹੀਂ ਹੈ। ਯਿਸੂ ਨੇ ਉਹਨੂੰ ਆਖਿਆ, ਤੈਂ ਠੀਕ ਆਖਿਆ ਜੋ ਮੇਰਾ ਪਤੀ ਨਹੀਂ ਹੈ, ਕਿਉਂਕਿ ਤੂੰ 5 ਪਤੀ ਕਰ ਚੁੱਕੀ ਹੈ ਅਤੇ ਜਿਹੜਾ ਹੁਣ ਤੇਰੇ ਕੋਲ ਹੈ ਸੋ ਵੀ ਪਤੀ ਨਹੀਂ ਹੈ। ਤੈਂ ਇਹ ਸੱਚ ਆਖਿਆ ਹੈ। ਤੀਵੀ ਨੇ ਉਸ ਨੂੰ ਕਿਹਾ, ਪ੍ਰਭੂ ਜੀ, ਮੈਨੂੰ ਸੁਝਦਾ ਹੈ ਜੋ ਤੁਸੀਂ ਨਬੀ ਹੋ। ਸਾਡੇ ਪਿਓ ਦਾਦਿਆਂ ਨੇ ਇਸ ਪਰਬਤ ਉੱਤੇ ਭਗਤੀ ਕੀਤੀ ਅਤੇ ਤੁਸੀਂ ਲੋਕ ਆਖਦੇ ਹੋ ਜੋ ਉਹ ਅਸਥਾਨ ਯਰੂਸ਼ਲਮ ਵਿੱਚ ਹੈ ਜਿਹੜੀ ਭਗਤੀ ਕਰਨੀ ਚਾਹੀਦੀ ਹੈ। ਯਿਸੂ ਨੇ ਉਹਨੂੰ ਆਖਿਆ, ਹੇ ਬੀਬੀ, ਤੂੰ ਮੇਰੀ ਪ੍ਰਤੀਤ ਕਰ ਕਿ ਉਹ ਸਮਾਂ ਆਉਂਦਾ ਹੈ ਜਦ ਤੁਸੀਂ ਨਾ ਤਾਂ ਉਸ ਪਰਬਤ ਉੱਤੇ ਨਾ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ। ਤੁਸੀਂ ਜੇ ਨੂੰ ਨਹੀਂ ਜਾਣਦੇ ਉਹਦੀ ਭਗਤੀ ਕਰਦੇ ਹੋ, ਅਸੀਂ ਉਹਦੀ ਭਗਤੀ ਕਰਦੇ ਹਾਂ ਜੇ ਨੂੰ ਜਾਣਦੇ ਹਾਂ, ਇਸ ਲਈ ਜੋ ਮੁਕਤੀ ਯਹੂਦੀਆਂ ਤੋਂ ਹੈ। ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣ ਹੈ, ਜੋ ਸੱਚੇ ਭਗਤ ਆਤਮਾ ਅਰ ਸੱਚਾਈ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ਰ ਆਤਮਾ ਹੈ ਅਤੇ ਉਹਦੀ ਭਗਤੀ ਕਰਦੇ ਹਾਂ, ਅਤੇ ਉਹ ਜੋ ਉਹਦੀ ਭਗਤੀ ਕਰਦੇ ਹਾਂ ਉਹਨਾਂ ਨੂੰ ਚਾਹੀਦਾ ਹੈ ਭਾਈ ਉਹ ਆਤਮਾ ਅਤੇ ਸੱਚਾਈ ਨਾਲ ਭਗਤੀ ਕਰਨ। ਤੀਵੀ ਨੇ ਉਹਨੂੰ ਆਖਿਆ, ਮੈਂ ਜਾਣਦੀ ਹਾਂ ਜੋ ਮਸੀਹ ਆਉਂਦਾ ਹੈ, ਜੇ ਨੂੰ ਕ੍ਰਿਟਿਸ ਕਰਕੇ ਸਦੀਦਾ ਹੈ, ਜਾਂ ਉਹ ਆਉਂਦਾ ਹੈ ਸਾਨੂੰ ਸਭ ਕੁਝ ਦੱਸੂ। ਯਿਸੂ ਨੇ ਉਹਨੂੰ ਆਖਿਆ, ਮੈਂ ਜੋ ਤੇਰੇ ਨਾਲ ਬੋਲਦਾ ਹਾਂ ਉਹੀ ਹਾਂ। ਇੰਨੇ ਨੂੰ ਉਹਦੇ ਚੇਲੇ ਆ ਗਏ ਅਤੇ ਅਚਰਜ ਮੰਨਿਆ ਜੋ ਉਹ ਤੀਵੀ ਨਾਲ ਗੱਲਾਂ ਕਰਦਾ ਹੈ। ਤਾਂ ਵੀ ਕਿੰਨੇ ਉਹਨੂੰ ਆਖਿਆ ਨਹੀਂ ਭਈ ਤੂੰ ਕੀ ਮੰਗਦਾ ਹੈ ਜਾਂ ਇਸ ਨਾਲ ਕਿਉਂ ਗੱਲਾਂ ਕਰਦਾ ਹੈ। ਉਪਰੰਤ ਤੀਵੀ ਆਪਣਾ ਘੜਾ ਛੱਡ ਕੇ ਨਗਰ ਵੱਲ ਗਈ ਅਤੇ ਲੋਕਾਂ ਨੂੰ ਆਖਣ ਲੱਗੀ, ਚੱਲੋ ਇੱਕ ਮਨੁੱਖ ਨੂੰ ਵੇਖੋ ਜਿਹਨੇ ਮੈਂ ਜੋ ਕੀਤਾ ਸਭ ਕੁਝ ਮੈਨੂੰ ਦੱਸ ਦਿੱਤਾ। ਇਹ ਕਿਤੇ ਮਸੀਹ ਤਾਂ ਨਹੀਂ? ਤਾਂ ਉਹ ਨਗਰੋਂ ਨਿਕਲ ਕੇ ਉਸ ਦੇ ਕੋਲ ਆਉਣ ਲੱਗੇ। ਇੰਨੇ ਨੇ ਚੇਲਿਆਂ ਨੇ ਉਹਨੂੰ ਕਿਹਾ ਕਿ ਉਸ ਦੇ ਅੱਗੇ ਅਰਜ਼ ਕੀਤੀ ਕਿ ਸਵਾਮੀ ਜੀ ਖਾ ਲੈ, ਪਰ ਉਸ ਨੇ ਉਹਨਾਂ ਨੂੰ ਆਖਿਆ, ਖਾਣ ਲਈ ਮੇਰੇ ਕੋਲ ਭੋਜਨ ਹੈ ਜੇ ਨੂੰ ਤੁਸੀਂ ਨਹੀਂ ਜਾਣਦੇ। ਇਸ ਕਾਰਨ ਚੇਲੇ ਆਪਸ ਵਿੱਚ ਕਹਿਣ ਲੱਗੇ ਕਿ ਕੋਈ ਉਸ ਦੇ ਖਾਣ ਲਈ ਕੁਝ ਲਿਆਇਆ ਹੈ। ਯਿਸੂ ਨੇ ਉਹਨੂੰ ਆਖਿਆ, ਮੇਰਾ ਭੋਜਨ ਇਹ ਹੈ ਜੋ ਆਪਣੇ ਭੇਜਣ ਵਾਲੇ ਦੀ ਮਰਜ਼ੀ ਉੱਤੇ ਚੱਲਾਂ ਔਰ ਉਹਦਾ ਕੰਮ ਸੰਪੂਰਨ ਕਰਾਂ। ਕੀ ਤੁਸੀਂ ਨਹੀਂ ਆਖਦੇ ਕਿ ਅਜੇ 4 ਮਹੀਨੇ ਹਨ
ਤਦ ਵਾਢੀ ਹੋਵੇਗੀ। ਵੇਖੋ ਮੈਂ ਤੁਹਾਨੂੰ ਆਖਦਾ ਹਾਂ, ਜੋ ਆਪਣੀਆਂ ਅੱਖਾਂ ਝੁੱਕ ਕੇ ਅਤੇ ਪੈਲੀਆਂ ਨੂੰ ਵੇਖੋ, ਜੋ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ ਹਨ। ਜਿਹੜਾ ਵੱਢਦਾ ਹੈ ਉਹ ਮਨਜ਼ੂਰੀ ਲੈਂਦਾ ਹੈ ਅਤੇ ਸਦੀਵਕ ਜਿਉਣ ਲਈ ਫਲ ਇਕੱਠਾ ਕਰਦਾ ਹੈ, ਤਾਂ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਆਨੰਦ ਹੋਣ। ਕਿਉਂ ਜੋ ਇਸ ਤੇ ਇਹ ਅਗਾਉਤ ਠੀਕ ਫਬਦੀ ਹੈ ਕਿ ਬੀਜੇ ਕੋਈ ਅਤੇ ਵੱਢੇ ਕੋਈ। ਜੇ ਇਹਦੇ ਵਿੱਚ ਤੁਸਾਂ ਮਿਹਨਤ ਨਾ ਕੀਤੀ, ਉਹਦੇ ਵੱਢਣ ਨੂੰ ਮੈਂ ਤੁਹਾਨੂੰ ਘੱਲਿਆ। ਹੋਰਨਾਂ ਨੇ ਮਿਹਨਤ ਕੀਤੀ, ਪਰ ਤੁਸੀਂ ਉਹਦੀ ਮਿਹਨਤ ਵਿੱਚ ਸਾਂਝੀ ਹੋਏ। ਉਸ ਨਗਰ ਦੇ ਸਾਮਰੀਆਂ ਵਿੱਚ ਬਹੁਤਿਆਂ ਨੇ ਉਸ ਤੀਵੀਂ ਦੇ ਕਹਿਣ ਕਰਕੇ ਉਸ ਉੱਤੇ ਨੇਚਾ ਕੀਤੀ ਕਿ ਉਹਨੇ ਸਾਖੀ ਦਿੱਤੀ ਸੀ ਭਈ ਜੋ ਕੁਝ ਮੈਂ ਕੀਤਾ ਹੈ ਉਸਨੇ ਸਭੋਂ ਮੈਨੂੰ ਦੱਸ ਦਿੱਤਾ। ਸੋ ਉਹਨਾਂ ਸਾਮਰੀਆਂ ਨੇ ਜਾ ਕੇ ਉਸ ਕੋਲ ਆਏ ਅਤੇ ਉਸ ਦੇ ਅੱਗੇ ਅਰਜ਼ ਕੀਤੀ, ਜੋ ਸਾਡੇ ਕੋਲ ਹੀ ਰਹੋ। ਫਿਰ ਉਹ 2 ਦਿਨ ਉੱਥੇ ਰਿਹਾ, ਔਰ ਉਸ ਦੇ ਬਚਨ ਦੇ ਕਾਰਨ ਹੋਰ ਬਹੁਤਿਆਂ ਨੇ ਨੇਚਾ ਕੀਤੀ ਅਤੇ ਉਸ ਤੀਵੀਂ ਨੂੰ ਕਿਹਾ, ਹੁਣ ਜੋ ਅਸੀਂ ਨੇਚਾ ਕਰਦੇ ਹਾਂ ਸੋ ਤੇਰੇ ਕਹਿਣ ਕਰਕੇ ਨਹੀਂ, ਕਿਉਂਕਿ ਅਸਾਂ ਆਪ ਸੁਣਿਆ ਹੈ ਅਤੇ ਜਾਣਦੇ ਹਾਂ ਜੋ ਇਹ ਠੀਕ ਜਗਤ ਦਾ ਤਾਰਨਹਾਰ ਹੈ। ਮੈਂ ਪੁੱਛਣਾ ਚਾਹਾਂਗੀ ਕਿ ਅੱਜ ਦੀ ਔਰਤ ਕਿੱਥੇ ਹੈ? ਕਿ ਅੱਜ ਦੀ ਔਰਤ ਲਈ ਸਿਰਫ ਰੋਟੀ ਪਾਣੀ ਬਣਾਉਣਾ ਇਹੀ ਰਹਿ ਗਿਆ ਹੈ, ਜਾਂ ਮਤਲਬ ਕਿ ਚੁੱਲ੍ਹੇ 'ਚ ਅੱਗ 'ਚ ਫੂਕਾਂ ਮਾਰਨੀਆਂ, ਅੱਖਾਂ ਖਰਾਬ ਕਰਨੀਆਂ ਜਾਂ ਕੁਛ ਵੀ ਆ, ਇਹੀ ਕੰਮ ਰਹਿ ਗਿਆ? ਰੋਟੀਆਂ ਬਣਾਉਣਾ ਹੀ ਕੰਮ ਰਹਿ ਗਿਆ ਹੈ ਇੱਕ ਤੀਵੀਂ ਲਈ? ਪੁਰਾਣੇ ਨੇਮ ਵਿੱਚ ਤੁਸੀਂ ਦੇਖ ਸਕਦੇ ਹਾਂ ਕਿ ਕਿੰਨੀਆਂ ਔਰਤਾਂ ਨੇ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕੀਤਾ ਕਿ ਅੱਜ ਦੀ ਔਰਤ ਦਾ ਸਿਰਫ ਬੱਚਿਆਂ ਦੇ ਪ੍ਰਤੀ ਕੰਮ ਰਹਿ ਗਿਆ ਹੈ, ਬਸ ਕਿ ਬੱਚੇ ਸਾਹਮਣੇ ਬਸ, ਔਰ ਇਸ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਹੈ। ਅਸੀਂ ਯਿਸੂ ਮਸੀਹ ਦੀ ਭੇਡ ਹਾਂ, ਠੀਕ ਹੈ। ਸਾਡਾ ਕੰਮ ਹੈ ਕਿ ਪਰਮੇਸ਼ਰ ਦਾ ਰਾਜ ਜੋ ਹੈ, ਰਾਜ ਖੁਸ਼ਖਬਰੀ ਆ, ਉਸ ਦਾ ਪ੍ਰਚਾਰ ਕਰਨਾ, ਠੀਕ ਹੈ ਨਾ। ਜਦੋਂ ਨਿਆਂ ਦਾ ਦਿਨ ਆਉਣਾ ਤੇ ਤੁਸੀਂ ਉਦੋਂ ਬਹਾਨਾ ਕੋਈ ਨਹੀਂ ਚੱਲਣਾ ਹੈਗਾ ਕਿ ਹਾਂ ਮੈਂ ਆਹ ਕੰਮ ਕਰਦੀ ਸੀ, ਜਾਂ ਮੈਂ ਨਿਆਣੇ ਦੇਖਦੀ ਸੀ, ਜਾਂ ਮੈਂ ਬੱਚੇ ਸਾਂਭਦੀ ਸੀ, ਜਾਂ ਮੈਂ ਰੋਟੀ ਬਣਾਉਂਦੀ ਸੀ। ਕੁਛ ਨਹੀਂ ਇੱਦਾਂ ਦਾ ਚੱਲਣਾ, ਠੀਕ ਹੈ ਨਾ। ਇਸ ਲਈ ਮੇਰੀ ਮਾਤਾਓ, ਮੇਰੀਆਂ ਭੈਣਾਂ, ਪਰਮੇਸ਼ਰ ਦੇ ਵਚਨ ਨੂੰ ਖੜ ਕੇ ਉੱਠੋ। ਅਗਰ ਤੁਸੀਂ ਉੱਠ ਨਹੀਂ ਸਕਦੀਆਂ ਤਾਂ ਘੱਟੋ ਘੱਟ ਤੁਸੀਂ ਇੰਨਾ ਕੁ ਤਾਂ ਕਰ ਹੀ ਸਕਦੀਆਂ ਕਿ ਜਿਹੜਾ ਤੁਹਾਡੇ ਨਾਲ ਗੱਲ ਕਰਦਾ ਜਾਂ ਗੁਆਂਢੀ ਤੁਹਾਡੇ ਕੋਲ ਖੁਦ ਚੱਲ ਕੇ ਆਉਂਦਾ, ਤੁਸੀਂ ਉਹਨਾਂ ਬਾਈਬਲ ਦੀਆਂ ਗੱਲਾਂ ਕਰ ਸਕਦੇ ਆ, ਠੀਕ ਹੈ ਨਾ। ਗੱਲ ਇਹ ਆ, ਹੁਣ ਉਸ ਤੀਵੀਂ ਦਾ ਕਰਕੇ ਪੂਰਾ ਇੱਕ ਨਗਰ ਬਚ ਗਿਆ, ਹੈ ਨਾ। ਉਸ ਤੀਵੀਂ ਦਾ ਕਰਕੇ ਇੱਕ ਪੂਰਾ ਨਗਰ ਬਚ ਗਿਆ। ਬਹੁਤ ਵੱਡੀ ਗੱਲ ਹੈ। ਅੱਜ ਪਰਮੇਸ਼ਰ ਸਾਨੂੰ ਵੀ ਬੁਲਾ ਰਿਹਾ, ਕਹਿ ਰਿਹਾ ਕਿ ਉੱਠ ਮੇਰੀ ਬੇਟੀ, ਉੱਠ ਮੇਰੀ ਮਾਂ, ਉੱਠ ਮੇਰੀ ਧੀ, ਕਹਿ ਰਿਹਾ ਹੈ ਉੱਠ ਔਰ ਮੇਰਾ ਪ੍ਰਚਾਰ ਕਰ। ਕਿਉਂਕਿ ਸਾਨੂੰ ਇਸ ਜਗਤ ਵਿੱਚ ਇਸੇ ਕਰਕੇ ਭੇਜਿਆ, ਅਸੀਂ ਚੁਣੇ ਹੋਏ ਹਾਂ। ਕੋਈ ਫਰਕ ਨਹੀਂ ਪੈਂਦਾ ਕਿ ਸਾਡੀ ਪੁਰਾਣੀ ਜ਼ਿੰਦਗੀ 'ਚ ਜੋ ਵੀ ਕੁਛ ਹੋਇਆ, ਪਰ ਅੰਤ ਦੇ ਦਿਨ ਵਿੱਚ ਸਾਨੂੰ ਪਰਮੇਸ਼ਰ ਜ਼ਿੰਦਾ ਉਠਾਊਗਾ, ਠੀਕ ਹੈ ਜੀ। ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਕਿ ਤੁਹਾਡੀ ਜ਼ਿੰਦਗੀ 'ਚ ਜੋ ਕੁਛ ਵੀ ਹੋਇਆ, ਬਸ ਅੜੇ ਰਹੋ ਅਤੇ ਖੜੇ ਰਹੋ। ਮੇਰਾ ਹੀ ਅੱਜ ਦਾ ਪ੍ਰਚਾਰ ਹੈ, ਠੀਕ ਹੈ ਜੀ। ਯਿਸੂ ਮਸੀਹ ਤੋਂ ਬਗੈਰ ਕੁਛ ਨਹੀਂ ਹੋ, ਸਾਡੀ ਜ਼ਿੰਦਗੀ ਕੁਛ ਵੀ ਨਹੀਂ ਹੈ। ਉਹ ਜਿਹੜਾ ਮੁਕਟ ਹੈ ਸਾਨੂੰ ਮਿਲਣ ਵਾਲਾ, ਉਹ ਅਸੀਂ ਲੈਣਾ ਹੈ, ਉਹਦੇ ਕੰਮ ਵੀ ਕਰਨਾ, ਕਿਉਂਕਿ ਅਸੀਂ ਪਰਮੇਸ਼ਰ ਦੇ ਰਾਜ ਦੀਆਂ ਭੇਡਾਂ ਆ, ਠੀਕ ਹੈ ਜੀ। ਔਰ ਅਗਰ ਮੇਰੇ ਦੁਆਰਾ ਕਿਸੇ ਨੂੰ ਹਰਟ ਹੋਇਆ ਜਾਂ ਕਿਸੇ ਦਾ ਦਿਲ ਦੁਖਾਇਆ ਤਾਂ ਮੈਂ ਤਹਿ ਦਿਲੋਂ ਮਾफ़ੀ ਮੰਗਦੀ ਹਾਂ। ਪਰ ਜੋ ਮੇਰਾ ਕੰਮ ਹੈ ਮੈਂ ਉਹ ਕਰਦੇ ਰਹਿਣਾ ਹੈ, ਠੀਕ ਹੈ ਜੀ। ਕੋਈ ਨਹੀਂ, ਪਰ ਯਿਸੂ ਮਸੀਹ ਜਾਣਦਾ ਹੈ ਕਿ ਮੈਂ ਪੂਰੇ ਲਗਨ ਨਾਲ ਕੰਮ ਕਰ ਰਹੀ ਹਾਂ, ਔਰ ਇਹਦੇ ਲਈ ਮੈਨੂੰ ਫਰੂਟ, ਜੋ ਮੇਰਾ ਫਲ ਹੈ ਉਹ ਮੈਨੂੰ ਯਿਸੂ ਜ਼ਰੂਰ ਦਊਗਾ। ਤੋ ਠੀਕ ਹੈ ਜੀ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੇਰੀ ਇਹ ਵੀਡੀਓ ਦੇਖਣ ਦਾ, ਠੀਕ ਹੈ ਜੀ। ਬਸ ਮੈਂ ਇਹ ਕਹਿਣਾ ਕਿ ਮੈਨੂੰ ਸਬਸਕ੍ਰਾਈਬ ਨਾ ਕਰੋ, ਠੀਕ ਹੈ ਜੀ। ਅੱਜ ਕੱਲ੍ਹ ਦੇ ਲੋਕ ਕਹਿੰਦੇ ਨਾ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਕਰੋ। ਮੈਂ ਕੁਛ ਨਹੀਂ ਕਹਿਣਾ। ਜੋ ਕਰਨਾ ਤੁਸੀਂ ਯਿਸੂ ਨੂੰ ਅਪਣਾਓ, ਉਹਨੇ ਹੀ ਤੁਹਾਡੀ ਜ਼ਿੰਦਗੀ 'ਚ ਸਭ ਕੁਛ ਕਰਨਾ ਹੈ, ਠੀਕ ਹੈ ਜੀ। ਪਰਮੇਸ਼ਰ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰੇ ਔਰ ਬਚਾ ਕੇ ਰੱਖੇ, ਔਰ ਤੁਹਾਨੂੰ ਆਉਣ ਵਾਲੇ ਦਿਨਾਂ 'ਚੋਂ ਬਚਾ ਕੇ ਰੱਖੇ, ਔਰ ਆਪਣੇ ਬੱਚੇ ਹੋਣ ਦਾ ਹੱਕ ਦੇਵੇ। ਆਮੀਨ। ਜੈ ਮਸੀਹ। ਪ੍ਰੇਜ਼ ਦਾ ਲਾਰਡ।